ਸ਼ਰਧਾਲੂਆਂ ਦੇ ਨਾਂ ਦੇ ਉੱਤੇ ਜਿਹੜਾ ਕਰੋਨਾ ਵਾਇਰਸ ਨੂੰ ਲੈ ਕੇ ਖਬਰਾਂ ਫੈਲਾਈਆਂ ਜਾ ਰਹੀਆਂ ਨੇ ਕਿ ਸਿੱਖ ਕੌਮ ਨੂੰ ਬਦਨਾਮ ਕਰ ਰਹੇ ਨੇ, ਉਹਨਾਂ ਦੇ ਖਿਲਾਫ ਪੋਸਟਾਂ ਪਾ ਰਹੇ, ਉਹਨਾਂ ਦੇ ਖਿਲਾਫ 295 ਦੇ ਮੁਕੱਦਮੇ ਦਰਜ ਕਰਕੇ ਠੀਕ ਹੈ ਆਪਣੇ ਤੌਰ ਦੇ ਉੱਪਰ ਹੀ ਪੁਲਿਸ ਪਰਚਾ ਦਰਜ ਕਰ ਸਕਦੀ ਹੈ। ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਚੱਕ ਕੇ ਐਸੇ 500-400 ਬੰਦਾ ਅੰਦਰ ਸੁੱਟੇ ਹੋਵੇ, ਕਿਸੇ ਦੀ ਹਿੰਮਤ ਨਹੀਂ ਹੋ ਸਕਦੀ ਕਿਸੇ ਨੂੰ ਬਦਨਾਮ ਕਰਨ। ਸ਼ਰਧਾਲੂਆਂ ਦੇ ਜ਼ਰੀਏ ਪੂਰੀ ਸਿੱਖ ਕੌਮ ਉਹਨਾਂ ਨੇ ਕੈਟੇਗਰੀ ਦੇ ਵਿੱਚ ਖੜਾ ਕਰ ਦਿੱਤਾ ਕਿ ਇਹਨਾਂ ਕਰਕੇ ਕਰੋਨਾ ਵਾਇਰਸ ਫੈਲਿਆ। ਜੋ ਹਾਲਾਤ ਪਹਿਲਾਂ ਤਬਲੀਗੀ ਮਰਕਜ਼ ਨਾਲ ਇਹਨਾਂ ਨੇ ਜੋ ਸਲੂਕ ਕੀਤਾ ਉਹੀ ਸਲੂਕ ਦੁਬਾਰਾ ਆ ਕੇ ਇਹਨਾਂ ਦੇ ਵੱਲੋਂ ਸ਼ਰਧਾਲੂਆਂ ਦੇ ਜ਼ਰੀਏ ਸਿੱਖ ਕੌਮ ਨੂੰ ਐਸੀ ਬਿਪਤਾ ਦੀ ਘੜੀ ਦੇ ਵਿੱਚ ਇੱਕ ਫਰਿਸ਼ਤਿਆਂ ਵਾਂਗੂ ਉਹ ਕੰਮ ਕਰ ਰਹੇ ਨੇ। ਅਗਰ ਕੋਈ ਐਸੇ ਬੰਦਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਇਨਸ਼ਾਅੱਲਾ ਅਸੀਂ ਉਹਦੇ ਖਿਲਾਫ ਪੂਰੀ ਲੀਗਲ ਐਕਸ਼ਨ ਲਵਾਂਗੇ। ਜਿਹੜੇ ਬੰਦਿਆਂ ਵੱਲੋਂ ਵੀ ਸਿੱਖ ਸ਼ਰਧਾਲੂਆਂ ਨੂੰ ਟਾਰਗੇਟ ਕੀਤਾ ਜਾਊਗਾ, ਸਿੱਖ ਕੌਮ ਨੂੰ ਟਾਰਗੇਟ ਕੀਤਾ ਜਾਊਗਾ, ਜਾਣਬੁੱਝ ਕੇ ਉਹਨਾਂ ਨੂੰ ਬਦਨਾਮ ਕੀਤਾ ਜਾਊਗਾ, ਉਹਨਾਂ ਦੇ ਖਿਲਾਫ ਪੋਸਟਾਂ ਪਾਈਆਂ ਜਾਣਗੀਆਂ, ਉਹਨਾਂ ਦੇ ਖਿਲਾਫ ਵੀ ਲੀਗਲ ਕਾਰਵਾਈ ਕੀਤੀ ਜਾਊਗੀ ਔਰ ਉਹਨਾਂ ਦੇ ਖਿਲਾਫ ਪਰਚੇ ਦਰਜ ਕਰਵਾਏ ਜਾਣਗੇ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਾਸਿਫ ਫਾਰੂਕੀ। ਪਿਛਲੇ ਦਿਨੀ ਸੋਸ਼ਲ ਮੀਡੀਆ ਹੋਵੇ ਜਾਂ ਫਿਰ ਸਾਡਾ ਮੇਨ ਸਟ੍ਰੀਮ ਮੀਡੀਆ ਹੋਵੇ, ਉਸ ਦੇ ਵਿੱਚ ਤਬਲੀਗੀ ਜਮਾਤ ਨੂੰ ਲੈ ਕੇ ਬਹੁਤ ਸਾਰੇ ਵਹਿਮ, ਬਹੁਤ ਸਾਰਾ ਡਰ ਜਿਹੜਾ ਉਹਨਾਂ ਨੂੰ ਟਾਰਗੇਟ ਕਰਕੇ ਖਬਰਾਂ ਚਲਾਈ ਗਈਆਂ। ਉਸ ਤੋਂ ਬਾਅਦ ਹੁਣ ਜਿਹੜਾ ਨੰਦੇੜ ਸਾਹਿਬ ਤੋਂ ਜਾਂ ਧਾਰਮਿਕ ਅਸਥਾਨਾਂ ਦੇ ਉੱਤੋਂ ਸਿੱਖ ਸੰਗਤ ਆਈ ਹੈ, ਉਸ ਨੂੰ ਲੈ ਕੇ ਹੁਣ ਟਾਰਗੇਟ ਵਾਲੀ ਇੱਕ ਸ਼ੁਰੂਆਤ ਪੰਜਾਬ ਦੇ ਵਿੱਚ ਹੋ ਚੁੱਕੀ ਹੈ। ਟਾਰਗੇਟ 'ਤੇ ਰੱਖ ਕੇ ਸ਼ਰਧਾਲੂਆਂ ਦੇ ਨਾਂ ਦੇ ਉੱਤੇ ਜਿਹੜਾ ਕਰੋਨਾ ਵਾਇਰਸ ਨੂੰ ਲੈ ਕੇ ਖਬਰਾਂ ਫੈਲਾਈਆਂ ਜਾ ਰਹੀਆਂ ਨੇ। ਅਜਿਹੇ ਦੇ ਵਿੱਚ ਮਲੇਰਕੋਟਲਾ ਦੇ ਵਿੱਚ ਇੱਕ ਨੌਜਵਾਨ ਨੇ ਜੋ ਇਸ ਸਾਰੀ ਸਾਜ਼ਿਸ਼ ਦਾ ਅਸੀਂ ਕਹਿ ਸਕਦੇ ਹਾਂ ਉਸ ਦਾ ਵਿਰੋਧ ਕਰ ਰਹੇ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੇ ਸਿੱਖ ਸੰਗਤ ਨੂੰ ਲੈ ਕੇ ਜਾਂ ਮੁਸਲਿਮ ਸਮਾਜ ਨੂੰ ਲੈ ਕੇ ਕੋਈ ਵੀ ਇੱਦਾਂ ਦੀ ਟਾਰਗੇਟ ਬਣਾ ਕੇ ਅਗਰ ਕਿਸੇ ਨੇ ਹਿੱਟ ਕੀਤਾ ਤਾਂ ਉਹਨਾਂ ਦੇ ਖਿਲਾਫ ਹੁਣ ਕਾਨੂੰਨੀ ਜਿਹੜੀ ਚਾਰਾਜੋਈ ਆ ਉਹ ਸ਼ੁਰੂ ਕੀਤੀ ਜਾਏਗੀ। ਸਾਡੇ ਨਾਲ ਨੇ ਮੁਸਲਿਮ ਫੈਡਰੇਸ਼ਨ ਦੇ ਮੁਬੀਨ ਫਾਰੂਕੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮੁਬੀਨ ਸਾਹਿਬ, ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਕਹਿ ਰਹੇ ਹੋ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਸ਼ਰਧਾਲੂਆਂ ਦੇ ਨਾਂ 'ਤੇ ਜਾਂ ਤਬਲੀਗੀ ਜਮਾਤਾਂ ਦੇ ਨਾਂ ਦੇ ਉੱਤੇ ਕਿਸੇ ਨੂੰ ਟਾਰਗੇਟ ਕਰੇਗਾ, ਤੁਸੀਂ ਉਸ ਦੀ ਕਾਨੂੰਨੀ ਚਾਰਾਜੋਈ ਸ਼ੁਰੂ ਕਰਨ ਦੀ ਤੁਹਾਨੂੰ ਇਹ ਕਿਉਂ ਕਰਨੀ ਪਈ? ਜਿਸ ਤਰੀਕੇ ਦੇ ਹਾਲਾਤ ਤੁਸੀਂ ਪਿੱਛੇ ਜੇ ਦੇਖੇ ਨੇ, ਜਦੋਂ ਤੋਂ ਲੋਕਡਾਊਨ ਹੋਇਆ ਔਰ ਇਹ ਮਹਾਮਾਰੀ ਇੱਥੇ ਭਾਰਤ ਦੇ ਵਿੱਚ ਫੈਲੀ ਹੈ, ਤਾਂ ਇੱਕ ਖਾਸ ਮੈਂ ਕਹੂੰਗਾ ਤਬਕੇ ਵੱਲੋਂ, ਇੱਕ ਗੰਦੀ ਜ਼ਹਿਨੀਅਤ ਦੇ ਲੋਕਾਂ ਵੱਲੋਂ ਜਾਣ ਬੁੱਝ ਕੇ ਇਹਨੂੰ ਧਰਮ ਦੇ ਨਾਲ ਜੋੜਨਾ ਸ਼ੁਰੂ ਕੀਤਾ ਗਿਆ। ਜਦੋਂ ਤਬਲੀਗੀ ਮਰਕਜ਼ ਦਾ ਮਾਮਲਾ ਸਾਹਮਣੇ ਆਇਆ ਸੀ ਤਾਂ ਉਸ ਟਾਈਮ ਬਿਨਾਂ ਕੁਝ ਫੈਕਟਸ ਜਾਣੇ ਤਾਂ ਇੱਥੇ ਦੀ ਗੋਦੀ ਮੀਡੀਆ ਵੱਲੋਂ ਵੀ ਔਰ ਜਿਹੜੇ ਐਸੇ ਘਟੀਆ ਜ਼ਹਿਨੀਅਤ ਦੇ ਲੋਕ ਨੇ ਉਹਨਾਂ ਵੱਲੋਂ ਸਿੱਧਾ ਤਬਲੀਗੀ ਜਮਾਤ ਨੂੰ ਕਰੋਨਾ ਦਾ ਜ਼ਿੰਮੇਦਾਰ ਠਹਿਰਾਇਆ ਗਿਆ। ਔਰ ਉਸ ਤੋਂ ਬਾਅਦ ਬਲਕਿ ਇੱਥੇ ਤੱਕ ਵੀ ਚਲਾਈਆਂ ਗਈਆਂ ਖਬਰਾਂ ਕਿ ਕਰੋਨਾ ਬੰਮ ਜਿਹੜਾ ਇੱਥੇ ਹੈ ਔਰ ਵੀ ਜਿਹੜਾ ਇਹ ਮੁਸਲਿਮ ਕਰੋਨਾ ਤੱਕ ਦਾ ਨਾਮ ਕਰੋਨਾ ਵਾਇਰਸ ਨੂੰ ਦਿੱਤਾ ਗਿਆ, ਜਿਹਦੇ ਨਾਲ ਸਿੱਧਾ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਗਿਆ ਤਬਲੀਗੀ ਜਮਾਤ ਦੇ ਜ਼ਰੀਏ। ਜਦੋਂ ਕਿ ਅਸਲ ਫੈਕਟਸ ਕੀ ਸੀਗੇ ਕਿ ਜਦੋਂ ਅਸੀਂ ਦੇਖੀਏ ਤਾਂ ਹਰ ਵਕਤ ਲੋਕਡਾਊਨ ਤੋਂ ਪਹਿਲਾਂ 100 ਸਾਲ ਦੇ ਕਰੀਬ ਹੋ ਚੁੱਕਿਆ ਉੱਥੇ ਤਬਲੀਗੀ ਮਰਕਜ਼ ਨੂੰ ਉੱਥੇ ਚੱਲਦਿਆਂ ਨੂੰ। ਔਰ ਹਮੇਸ਼ਾ ਤੋਂ ਪਿਛਲੇ ਅਗਰ ਕੁਝ ਸਾਲਾਂ ਦੀ ਆਪਾਂ ਗੱਲ ਕਰੀਏ ਤਾਂ ਉੱਥੇ 3-4 ਹਜ਼ਾਰ ਬੰਦਾ ਮਰਕਜ਼ ਦੇ ਵਿੱਚ ਰਹਿਣਾ ਹਮੇਸ਼ਾ ਰਹਿੰਦਾ ਹੀ ਸੀਗਾ ਹਰ ਵਕਤ। ਇਹ ਸਾਰੀਆਂ ਏਜੰਸੀਆਂ ਨੂੰ ਵੀ ਪਤਾ ਹੈ। ਉੱਥੋਂ 53 ਮੀਟਰ ਦੂਰ ਉੱਥੇ ਠਾਣਾ ਹੈ। ਕੋਈ ਵੀ ਜਿਹੜੀ ਇੰਟਰਨੈਸ਼ਨਲ ਬਾਹਰੋਂ ਕੋਈ ਜਮਾਤ ਆਉਂਦੀ ਸੀਗੀ ਉਹਦੀ ਵੀ ਰਜਿਸਟ੍ਰੇਸ਼ਨ ਉੱਥੇ ਹੁੰਦੀ ਸੀਗੀ। ਸਾਰਿਆਂ ਨੂੰ ਪਤਾ ਸੀ ਵੀ ਇੱਥੇ ਇੰਨੇ ਬੰਦੇ ਹੈਗੇ ਨੇ। ਉੱਥੇ ਸਰਕਾਰ ਨੂੰ, ਐਡਮਿਨਿਸਟ੍ਰੇਸ਼ਨ ਨੂੰ, ਦਿੱਲੀ ਦੀ ਨੂੰ ਸਾਰਾ ਕੁਝ ਪਤਾ ਸੀ। ਉਸ ਦੇ ਬਾਵਜੂਦ ਵੀ ਬਾਅਦ ਦੇ ਵਿੱਚ ਜਿਸ ਤਰੀਕੇ ਨਾਲ ਤਬਲੀਗੀ ਮਰਕਜ਼ ਨੂੰ ਔਰ ਮੌਲਾਨਾ ਸਾਦ ਸਾਹਿਬ ਨੂੰ ਔਰ ਮੁਸਲਮਾਨਾਂ ਨੂੰ ਜਿਸ ਤਰੀਕੇ ਨਾਲ ਟਾਰਗੇਟ ਕੀਤਾ ਗਿਆ ਤਾਂ ਇਹ ਬਹੁਤ ਜ਼ਿਆਦਾ ਸ਼ਰਮਨਾਕ ਸੀ। ਕਿਸੇ ਵੀ ਬਿਮਾਰੀ ਦਾ ਕੋਈ ਧਰਮ ਨਹੀਂ ਹੁੰਦਾ, ਕੋਈ ਵੀ ਬਿਮਾਰੀ ਜਾਂ ਕੋਈ ਵਾਇਰਸ ਕੋਈ ਧਰਮ ਦੇਖ ਕੇ ਨਹੀਂ ਲੱਗਦਾ, ਮਗਰ ਜਾਣ ਬੁੱਝ ਕੇ, ਕਿਉਂਕਿ ਗੋਦੀ ਮੀਡੀਆ ਕੁਛ ਦੇਰ ਤੋਂ ਵਿਹਲੇ ਬੈਠੇ ਸੀਗੇ ਤਾਂ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਸੀਗਾ। ਜਦੋਂ ਹੀ ਤਬਲੀਗੀ ਮਰਕਜ਼ ਦਾ ਮਸਲਾ ਆਇਆ ਤਾਂ ਇਹਨਾਂ ਦੀਆਂ ਰੋਟੀਆਂ ਸਿੱਕਣੀਆਂ ਸ਼ੁਰੂ ਹੋ ਗਈਆਂ। ਇਹਨਾਂ ਨੇ ਬਹੁਤ ਵਧਾ ਚੜ੍ਹਾ ਕੇ ਉਹਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ। ਅਤੇ ਇਹਦਾ ਇਫੈਕਟ ਕੀ ਹੋਇਆ ਕਿ ਬਾਹਰ ਜਿਹੜੇ ਦੁਬਈ ਦੇ ਵਿੱਚ ਵੀ ਕੁਛ ਬੰਦਿਆਂ ਵੱਲੋਂ ਐਸੀਆਂ ਜ਼ਹਿਰੀਲੀਆਂ ਪੋਸਟਾਂ ਪਾਈਆਂ ਗਈਆਂ ਜਦੋਂ, ਤਾਂ ਉਹਨਾਂ ਨੂੰ ਉੱਥੇ ਦੀ ਪ੍ਰਿੰਸੈਸ ਵੱਲੋਂ ਵੀ ਲਤਾੜਿਆ ਗਿਆ ਔਰ ਉੱਥੋਂ ਕਈ ਬੰਦਿਆਂ ਨੂੰ ਉੱਥੋਂ ਛੁੱਟੀ ਕਰ ਦਿੱਤੀ ਗਈ। ਇੰਟਰਨੈਸ਼ਨਲ ਲੈਵਲ ਦੇ ਉੱਪਰ ਵੀ ਬਦਨਾਮੀ ਹੋਈ ਹੈ। ਉਸ ਤੋਂ ਬਾਅਦ
ਮੈਂ ਕਹਾਂਗਾ ਇਹ ਇਕੱਲੇ ਮੁਸਲਮਾਨਾਂ ਤੇ ਅਟੈਕ ਨਹੀਂ, ਫਿਰ ਇਹ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਉਹ ਕਦੋਂ ਬਣਾਇਆ ਗਿਆ? ਜਦੋਂ ਹਜ਼ੂਰ ਸਾਹਿਬ ਤੋਂ, ਨੰਦੇੜ ਸਾਹਿਬ ਤੋਂ ਸ਼ਰਧਾਲੂ ਪੰਜਾਬ ਦੇ ਵਿੱਚ ਵਾਪਸ ਆਏ। ਉਦੋਂ ਤੋਂ ਹੀ ਜਦੋਂ ਕੁਝ ਸ਼ਰਧਾਲੂ ਪੋਜ਼ਿਟਿਵ ਆਉਣੇ ਸ਼ੁਰੂ ਹੋਏ ਸੀਗੇ ਤਾਂ ਕੁਝ ਮੀਡੀਆ ਦਾ ਜਿਹੜਾ ਇਹੀ ਗੋਦੀ ਮੀਡੀਆ ਪਹਿਲਾਂ ਮਰਕਜ਼ ਨੂੰ ਇਹਦਾ ਜ਼ਿੰਮੇਦਾਰ ਠਹਿਰਾ ਰਿਹਾ ਸੀਗਾ, ਉਹਨਾਂ ਦਾ ਧਿਆਨ ਆਇਆ ਤਾਂ ਉਹਨਾਂ ਨੇ ਚੱਕ ਕੇ ਸਿੱਖਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ। ਸ਼ਰਧਾਲੂਆਂ ਦੇ ਜ਼ਰੀਏ ਪੂਰੀ ਸਿੱਖ ਕੌਮ ਨੂੰ ਇਹਨਾਂ ਨੇ ਕੈਟੇਗਰੀ ਦੇ ਵਿੱਚ ਖੜਾ ਕਰ ਦਿੱਤਾ ਕਿ ਇਹਨਾਂ ਕਰਕੇ ਕਰੋਨਾ ਵਾਇਰਸ ਫੈਲਿਆ। ਜਦ ਕਿ ਜਿਹੜੇ ਸ਼ਰਧਾਲੂ ਗਏ ਹੋਏ ਸੀ ਲਾਕਡਾਊਨ ਤੋਂ ਪਹਿਲਾਂ ਦੇ ਗਏ ਹੋਏ ਸੀਗੇ, ਉਹਨਾਂ ਨੂੰ ਵਾਪਸ ਘਰ ਲੈ ਕੇ ਆਉਣ ਦੀ ਜ਼ਿੰਮੇਵਾਰੀ ਸਰਕਾਰ ਦੀ ਸੀ, ਪੰਜਾਬ ਸਰਕਾਰ ਦੀ, ਔਰ ਉੱਥੇ ਦੀ ਮਹਾਰਾਸ਼ਟਰ ਸਰਕਾਰ ਦੀ ਸੀ ਉਹਨਾਂ ਨੂੰ ਭੇਜਣ ਦੀ। ਕੋਤਾਹੀਆਂ ਆਪਣੇ ਲੈਵਲ ਤੋਂ ਹੋਈਆਂ ਨੇ, ਠੀਕ ਹੈ, ਸਰਕਾਰਾਂ ਦੇ ਔਰ ਐਡਮਿਨਿਸਟ੍ਰੇਸ਼ਨ ਲੈਵਲ ਤੋਂ ਹੋਈਆਂ ਨੇ। ਔਰ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹਾਂਗਾ ਕਿ ਕੋਈ ਬੰਦਾ, ਕੋਈ ਜਿਹੜਾ ਠੀਕ ਠਾਕ ਬੰਦਾ, ਉਹ ਕਦੇ ਚਾਹੇਗਾ ਕਿ ਮੈਨੂੰ ਛੋਟੀ ਤੋਂ ਛੋਟੀ ਬਿਮਾਰੀ ਵੀ ਹੋ ਜਾਵੇ? ਇਹ ਤਾਂ ਹੈ ਹੀ ਐਸੀ ਬਿਮਾਰੀ ਵੀ ਜਿਹਦੇ ਵਿੱਚ ਜਾਨ ਦਾ ਸਿੱਧਾ ਖਤਰਾ ਹੈ। ਕੋਈ ਬੰਦਾ ਨਹੀਂ ਚਾਹੁੰਦਾ ਵੀ ਜਾਣਬੁੱਝ ਕੇ ਕਿ ਉਹਨੂੰ ਐਸੀ ਬਿਮਾਰੀ ਹੋਵੇ ਜਾਂ ਜਾਣਬੁੱਝ ਕੇ ਐਸੇ ਖਤਰੇ ਦੇ ਵਿੱਚੋਂ ਪਵੇ। ਅਗਰ ਉਹਨੂੰ ਪਤਾ ਲੱਗ ਜਾਵੇ ਕਿ ਕੋਈ ਐਸਾ ਪੇਸ਼ੈਂਟ ਹੈਗਾ ਇੱਥੇ ਜਿਹੜਾ ਕਰੋਨਾ ਪੋਜ਼ਿਟਿਵ ਹੈ ਤਾਂ ਉਹਦੇ ਨੇੜੇ ਵੀ ਨਹੀਂ ਜਾਏਗਾ। ਤੇ ਐਸੇ ਸ਼ਰਧਾਲੂਆਂ ਨੂੰ ਅਸੀਂ ਕਿਵੇਂ, ਉਹਨਾਂ ਨੂੰ ਅਸੀਂ ਜ਼ਿੰਮੇਦਾਰ, ਇੰਨੇ ਨੇ ਛੋਟੇ ਛੋਟੇ ਬੱਚਿਆਂ ਨੂੰ, ਬਜ਼ੁਰਗਾਂ ਨੂੰ, ਔਰਤਾਂ ਨੂੰ ਕਿਵੇਂ ਆਪਾਂ ਜ਼ਿੰਮੇਦਾਰ ਠਹਿਰਾ ਸਕਦੇ ਹਾਂ ਕਿ ਹਾਂ ਜੀ ਉਹ ਕਰੋਨਾ ਦੇ ਜ਼ਿੰਮੇਦਾਰ ਨੇ? ਕੀ ਕੋਈ ਬੰਦਾ ਕਹਿੰਦਾ ਕਿ ਮੈਨੂੰ ਬਿਮਾਰੀ ਹੋ ਜਾਵੇ? ਕੋਈ ਬੰਦਾ ਨਹੀਂ ਚਾਹੁੰਦਾ ਹੈਗਾ ਕਿ ਆਪਣਾ ਪਰਿਵਾਰ, ਮੈਂ ਸਾਰਾ ਆਪਣੇ ਸਾਰੇ ਪਰਿਵਾਰ ਦੀ ਔਰ ਮੈਂ ਸਾਰੀ ਜੋਖਮ ਦੇ ਵਿੱਚ ਪਾਵਾਂ ਜਾਨ। ਉਹਦੇ ਬਾਵਜੂਦ ਕੁਛ ਗੰਦੀ ਜ਼ਹਿਨੀਅਤ ਦੇ ਲੋਕਾਂ ਵੱਲੋਂ, ਇੱਕ ਤਬਕੇ ਵੱਲੋਂ ਜਾਣਬੁੱਝ ਕੇ ਸ਼ਰਧਾਲੂਆਂ ਦੇ ਜ਼ਰੀਏ ਸਿੱਖ ਕੌਮ ਨੂੰ ਟਾਰਗੇਟ ਕੀਤਾ ਗਿਆ। ਜੋ ਹਾਲਾਤ ਪਹਿਲਾਂ ਤਬਲੀਗੀ ਮਰਕਜ਼ ਨਾਲ ਇਹਨਾਂ ਨੇ ਜੋ ਸਲੂਕ ਕੀਤਾ, ਉਹੀ ਸਲੂਕ ਦੁਬਾਰਾ ਆ ਕੇ ਇਹਨਾਂ ਨੇ ਵੱਲੋਂ ਸ਼ਰਧਾਲੂਆਂ ਦੇ ਜ਼ਰੀਏ ਸਿੱਖ ਕੌਮ ਨਾਲ ਕੀਤਾ ਗਿਆ। ਤਾਂ ਸਾਨੂੰ ਅੱਗੇ ਆਉਣਾ ਪਿਆ ਔਰ ਅਸੀਂ ਐਲਾਨ ਕੀਤਾ ਕਿ ਅਗਰ ਕੋਈ ਵੀ ਮੀਡੀਆ ਚੈਨਲ, ਜਿਵੇਂ ਪਹਿਲਾਂ ਤਬਲੀਗੀ ਮਰਕਜ਼ ਦੇ ਵਿੱਚ ਬਿਨਾਂ ਫੈਕਟਸ ਜਾਣੇ ਕਈ ਚੈਨਲਾਂ ਨੇ ਇਹਨਾਂ ਨੂੰ ਅੱਤਵਾਦੀ ਤੱਕ ਘੋਸ਼ਿਤ ਕਰਤਾ ਸੀਗਾ, ਅਸੀਂ ਉਹਨਾਂ ਨੂੰ ਲੀਗਲ ਨੋਟਿਸ ਵੀ ਭੇਜੇ ਹੋਏ ਨੇ। ਅਸੀਂ ਉਹਨਾਂ ਦੇ ਖਿਲਾਫ ਕੇਸ ਵੀ ਅਸੀਂ ਫਾਈਲ ਕਰਨ ਜਾ ਰਹੇ ਹਾਂ। ਔਰ ਹੁਣ ਅਸੀਂ ਇਹੀ ਸੇਮ ਗੱਲ ਅਸੀਂ ਰੱਖੀ ਹੈ, ਜਿਹੜੇ ਬੰਦਿਆਂ ਵੱਲੋਂ ਵੀ ਸਿੱਖ ਸ਼ਰਧਾਲੂਆਂ ਨੂੰ ਟਾਰਗੇਟ ਕੀਤਾ ਜਾਊਗਾ, ਸਿੱਖ ਕੌਮ ਨੂੰ ਟਾਰਗੇਟ ਕੀਤਾ ਜਾਊਗਾ ਜਾਣਬੁੱਝ ਕੇ, ਉਹਨਾਂ ਨੂੰ ਬਦਨਾਮ ਕੀਤਾ ਜਾਊਗਾ, ਉਹਨਾਂ ਦੇ ਖਿਲਾਫ ਪੋਸਟਾਂ ਪਾਈਆਂ ਜਾਣਗੀਆਂ, ਉਹਨਾਂ ਦੇ ਖਿਲਾਫ ਵੀ ਲੀਗਲ ਕਾਰਵਾਈ ਕੀਤੀ ਜਾਊਗੀ ਔਰ ਉਹਨਾਂ ਦੇ ਖਿਲਾਫ ਪਰਚੇ ਦਰਜ ਕਰਵਾਏ ਜਾਣਗੇ। ਜਦੋਂ ਕਿਸੇ ਬੰਦੇ ਦਾ ਕੋਈ ਕਸੂਰ ਹੀ ਨਹੀਂ ਹੈ, ਅਸੀਂ ਕਿਵੇਂ ਉਹਨੂੰ, ਧਰਮ ਨੂੰ ਉਹਨੂੰ ਕਿਵੇਂ ਬਦਨਾਮ ਕਰ ਸਕਦੇ ਹਾਂ? ਸਰਕਾਰਾਂ ਦੀ ਜ਼ਿੰਮੇਵਾਰੀ ਸੀ ਕਿ ਉਹਨਾਂ ਨੂੰ ਲੈ ਕੇ ਆਉਣ ਦੀ। ਹੁਣ ਪਿੱਛੇ ਮੈਂ ਅਖਬਾਰ ਦੇ ਵਿੱਚ ਵੀ ਖਬਰ ਪੜ੍ਹੀ ਹੈ, ਜਿਹੜੇ ਹਰਿਆਣਾ ਦੇ ਵਿੱਚ ਕੁਝ ਸ਼ਰਧਾਲੂ ਆਏ ਨੇ ਉਹ ਨੈਗੇਟਿਵ ਆਏ ਨੇ। ਤਾਂ ਕਿੱਥੇ ਕੋਤਾਹੀ ਹੋਈ ਹੈ? ਉੱਥੋਂ ਕੋਤਾਹੀ ਹੋਈ ਹੈ, ਇੱਥੇ ਕੋਤਾਹੀ ਹੋਈ ਹੈ। ਕਿਤੇ ਨਾ ਕਿਤੇ ਤਾਂ ਦੇਖੋ, ਕੋਈ ਬੰਦੇ ਨੂੰ ਅਗਰ ਪਤਾ ਲੱਗ ਜਾਵੇ ਕਿ ਫਲਾਂ ਬੰਦਾ ਪੋਜ਼ਿਟਿਵ ਹੈ ਕਰੋਨਾ, ਉਹ ਉਹਦੇ ਨੇੜੇ ਨਹੀਂ ਜਾਏਗਾ। ਤਾਂ ਉਹ ਜਦੋਂ ਸ਼ਰਧਾਲੂ ਇੱਥੇ ਆਏ ਨੇ, ਉੱਥੋਂ ਲੈ ਕੇ ਆਏ ਨੇ ਇਹ, ਤਾਂ ਪਹਿਲਾਂ ਤਾਂ ਕੀ ਉੱਥੇ ਇਹਨਾਂ ਦੀ ਜਾਂਚ ਨਹੀਂ ਹੋਣੀ ਚਾਹੀਦੀ ਸੀ? ਹੁਣ ਕੁਝ ਦਾਅਵੇ ਹੋ ਰਹੇ ਨੇ ਕਿ ਉੱਥੇ ਉਹਨਾਂ ਦੀ ਜਾਂਚ ਕੀਤੀ ਗਈ ਸੀ, ਉਹਦੇ ਨੈਗੇਟਿਵ ਸੀਗੇ। ਕੁਝ ਕਹਿੰਦੇ ਸਕਰੀਨਿੰਗ ਕੀਤੀ ਗਈ ਸੀਗੀ। ਤਾਂ ਜੇ ਉੱਥੇ ਨੈਗੇਟਿਵ ਸੀਗੇ ਤਾਂ ਇੱਥੇ ਆਉਂਦੇ ਪੋਜ਼ਿਟਿਵ ਕਿਵੇਂ ਹੋ ਗਏ? ਇਹ ਜਾਂਚ ਦਾ ਵਿਸ਼ਾ ਹੈ, ਇਹਦੀ ਜਾਂਚ ਹੋਣੀ ਚਾਹੀਦੀ ਹੈ। ਮਗਰ ਬਿਨਾਂ ਜਾਂਚ ਕੀਤੇ ਅਸੀਂ ਇੱਕ ਕੌਮ ਨੂੰ ਚੱਕ ਕੇ ਦੋਸ਼ ਮਾਰ ਦਿੱਤਾ ਇੱਕ ਕੌਮ ਦੇ ਉੱਪਰ, ਔਰ ਉਸ ਕੌਮ ਨੂੰ ਅਸੀਂ ਬਦਨਾਮ ਕਰ ਰਹੇ ਹਾਂ। ਐਸੇ ਲੋਕਾਂ ਨੂੰ, ਐਸੀ ਗੰਦੀ ਜ਼ਹਿਨੀਅਤ ਦੇ ਲੋਕਾਂ ਨੂੰ ਜਿਹੜੇ ਨਫ਼ਰਤ ਦੇ ਵਾਇਰਸ ਤੋਂ ਗ੍ਰਸਤ ਨੇ। ਪਹਿਲਾਂ ਤਾਂ ਇਹਨਾਂ ਵਾਸਤੇ ਦੇਖੋ, ਇਹਨਾਂ ਦੀ ਦਵਾ ਤਾਂ, ਇਹਦੀ ਤਾਂ ਸ਼ਾਇਦ ਕਰੋਨਾ ਵਾਇਰਸ ਦੀ ਕੋਈ ਦਵਾ ਬਣ ਵੀ ਜਾਊਗੀ। ਜਿਹੜੇ ਐਸੀ ਗੰਦੀ ਜ਼ਹਿਨੀਅਤ ਦੇ ਲੋਕ ਐਸੇ ਵਾਇਰਸ ਨਾਲ ਪੀੜਤ ਨੇ, ਇਹਨਾਂ ਦੀ ਕੋਈ ਦਵਾਈ ਨਾ ਪਹਿਲਾਂ ਸੀਗੀ ਨਾ ਹੁਣ ਬਣ ਸਕਦੀ ਹੈ। ਇਹਨਾਂ ਵਾਸਤੇ ਤਾਂ ਸਿਰਫ ਅਸੀਂ ਰੱਬ ਤੋਂ ਦੁਆ ਕਰ ਸਕਦੇ ਹਾਂ ਵੀ ਰੱਬਾ ਇਹਨਾਂ ਨੂੰ ਹਦਾਇਤ ਦਿੱਤੀ ਜਾਵੇ। ਪਰ ਮੁਬੀਨ ਸਾਹਿਬ, ਸਾਡੇ ਸਿੱਖ ਸੰਗਤ ਨੇ, ਸਾਡੇ ਸਿੱਖ ਭਾਈਚਾਰੇ ਨੇ ਉਸ ਵੇਲੇ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ, ਜਿੱਥੇ ਅਸੀਂ ਕਹਿ ਸਕਦੇ ਹਾਂ ਕਿ ਦੁਸ਼ਮਣ ਤੇ ਦੂਰ ਕਿਤੇ ਆਪਣੇ ਸਕੇ ਸੰਬੰਧੀ ਵੀ ਸਾਥ ਛੱਡ ਦਿੰਦੇ ਸੀ, ਉੱਥੇ ਸਾਡੀ ਸਿੱਖ ਸੰਗਤ ਨੇ, ਸਾਡੇ ਸਿੱਖ ਭਾਈਚਾਰੇ ਨੇ ਜਿਹੜਾ ਲੰਗਰ ਪਹੁੰਚਾਇਆ। ਕਈ ਕੰਟਰੀਜ਼ ਨੇ ਬਕਾਇਦਾ ਸਿੱਖ ਕੌਮ ਨੂੰ ਬੁਲਾ ਕੇ ਉਹਨਾਂ ਨੂੰ ਥਾਪੜਿਆ, ਉਹਨਾਂ ਦੀ ਪਿੱਠ ਥਾਪੜੀ ਹੈ ਕਿ ਤੁਸੀਂ ਮੋਰਚਾ ਸੰਭਾਲਿਆ ਹੋਇਆ। ਪੰਜਾਬ ਦੇ ਵਿੱਚ ਹੀ ਨਹੀਂ, ਪੂਰੇ ਇੰਡੀਆ ਦੇ ਵਿੱਚ ਔਰ ਬਾਹਰਲੇ ਕੰਟਰੀ, ਸਾਨੂੰ ਮਾਣ ਹੈ ਸਾਡੇ ਸਿੱਖ ਵੀਰਾਂ ਦੇ ਉੱਪਰ, ਜਿਹੜੇ ਐਸੀ ਘੜੀ ਦੇ ਵਿੱਚ ਜਿਹੜਾ ਕੋਈ ਕਰੋਨਾ ਪੋਜ਼ਿਟਿਵ ਮਰੀਜ਼ ਦੇ ਕੋਲ ਨਹੀਂ ਕੋਈ ਜਾਂਦਾ, ਇਹ ਬੰਦੇ ਉੱਥੇ ਜਾ ਕੇ ਲੰਗਰ ਸਰਵ ਕਰਕੇ ਆਨੇ। ਕਿੱਡੀ ਵੱਡੀ ਗੱਲ ਹੈ। ਆਪਣੀ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਵੀ ਵੀਡੀਓ ਸ਼ੇਅਰ ਕਰਕੇ ਪ੍ਰਸ਼ੰਸਾ ਕੀਤੀ ਹੈ ਸਿੱਖ ਭਾਈਚਾਰੇ ਦੀ। ਤਾਂ ਫਿਰ ਨਰਿੰਦਰ ਮੋਦੀ ਜੀ ਨੂੰ ਚਾਹੀਦਾ ਕਿ ਜਿਹੜੇ ਲੋਕ ਅੱਜ ਉਹੀ ਸਿੱਖ ਕੌਮ ਨੂੰ ਬਦਨਾਮ ਕਰ ਰਹੇ ਨੇ, ਉਹਨਾਂ ਦੇ ਖਿਲਾਫ ਪੋਸਟਾਂ ਪਾ ਰਹੇ, ਉਹਨਾਂ ਦੇ ਖਿਲਾਫ 295 ਦੇ ਮੁਕੱਦਮੇ ਦਰਜ ਕਰਕੇ, ਠੀਕ ਹੈ, ਆਪਣੇ ਤੌਰ ਦੇ ਉੱਪਰ ਹੀ ਪੁਲਿਸ ਪਰਚਾ ਦਰਜ ਕਰ ਸਕਦੀ ਹੈ। ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਚੱਕ ਕੇ ਐਸੇ 500-400 ਬੰਦਾ ਅੰਦਰ ਸੁੱਟਿਆ ਹੋਵੇ, ਕਿਸੇ ਦੀ ਹਿੰਮਤ ਨਹੀਂ ਹੋ ਸਕਦੀ ਕਿਸੇ ਨੂੰ ਬਦਨਾਮ ਕਰਨ ਦੀ। ਤੁਸੀਂ ਕੀ ਕਾਰਵਾਈ ਕਰੋਗੇ?
ਅਸੀਂ ਤਾਂ ਇਹੀ ਕਹਿੰਦੇ ਹਾਂ ਕਿ ਜਿਹੜੀ ਕੌਮ ਨੇ ਦੇਖੋ ਹੁਣ ਤੱਕ ਮੋਰਚਾ ਸੰਭਾਲਿਆ ਫਰੰਟ ਲਾਈਨ ਦੇ ਉੱਪਰ ਪੂਰੇ ਵਰਲਡ ਦੇ ਵਿੱਚ ਅਗਰ ਕੋਈ ਕੌਮ ਲੜ ਰਹੀ ਹੈ ਇਹ ਕਰੋਨਾ ਦੇ ਨਾਲ, ਤਾਂ ਮੈਂ ਕਹਾਂਗਾ ਸਿੱਖ ਕੌਮ ਹੈ, ਜਿਹੜੇ ਘਰ ਘਰ ਜਾ ਕੇ ਲੋਕਾਂ ਨੂੰ ਰਾਸ਼ਨ ਵੀ ਔਰ ਜਿਹੜੇ ਘਰਾਂ ਘਰਾਂ ਦੇ ਵਿੱਚ ਜਾ ਕੇ ਲੰਗਰ ਵੀ ਔਰ ਹਸਪੀਟਲਸ ਦੇ ਵਿੱਚ ਵੀ ਲੰਗਰ ਇਹਨਾਂ ਵੱਲੋਂ ਸਰਵ ਕੀਤਾ ਗਿਆ। ਤਾਂ ਜਿਹੜੇ ਐਸੇ ਦੇਖੋ ਐਸੀ ਬਿਪਤਾ ਦੀ ਘੜੀ ਦੇ ਵਿੱਚ ਇੱਕ ਫਰਿਸ਼ਤਿਆਂ ਵਾਂਗੂ ਉਹ ਕੰਮ ਕਰ ਰਹੇ ਨੇ, ਅਗਰ ਕੋਈ ਐਸੇ ਬੰਦਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਇਨਸ਼ਾਅੱਲਾ ਅਸੀਂ ਉਹਦੇ ਖਿਲਾਫ ਪੂਰੀ ਲੀਗਲ ਐਕਸ਼ਨ ਲਵਾਂਗੇ। ਔਰ ਮੈਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕਰਦਾ ਕਿ ਜਿਹੜੇ ਐਸੀ ਜ਼ਹਿਨੀਅਤ ਦੇ ਲੋਕ ਨੇ ਔਰ ਜਿਹੜੀ ਖਾਸ ਕਰਕੇ ਮੀਡੀਆ ਕਦੇ ਉਹ ਮੁਸਲਿਮ ਕਰੋਨਾ ਬੰਬ ਬਣਾ ਦਿੰਦੀ ਹੈ, ਕਦੇ ਹੁਣ ਸਿੱਖ ਭਾਈਚਾਰੇ ਦੇ ਉੱਪਰ ਯਾਨੀ ਕਿ ਹੁਣ ਤੋਹਮਤਾਂ ਲਗਾ ਰਹੇ ਨੇ, ਇਹਨਾਂ ਦੇ ਉੱਪਰ ਬੈਨ ਲੱਗਣਾ ਚਾਹੀਦਾ। ਐਸੀ ਜਿਹੜੇ ਨਫ਼ਰਤ ਦੇ ਡਿਬੇਟ ਕਰ ਰਹੇ ਨੇ, ਨਫ਼ਰਤ ਦੀਆਂ ਖਬਰਾਂ ਚਲਾ ਰਹੇ ਨੇ, ਇਹਨਾਂ ਨੂੰ ਬੈਨ ਕਰਨਾ ਚਾਹੀਦਾ ਚੈਨਲਸ ਨੂੰ। ਔਰ ਜਿਹੜੇ ਬੰਦਿਆਂ ਵੱਲੋਂ ਵੀ ਐਸੀਆਂ ਭੜਕਾਊ ਪੋਸਟਾਂ ਜਾਂ ਕਿਸੇ ਕਮਿਊਨਿਟੀ ਦੇ ਕਿਸੇ ਧਰਮ ਨੂੰ ਟਾਰਗੇਟ ਕਰਕੇ ਪਾਈਆਂ ਜਾਂਦੀਆਂ ਨੇ ਤਾਂ ਉਹਨਾਂ ਲੋਕਾਂ ਦੇ ਖਿਲਾਫ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਵੇ। ਜੀ ਬਹੁਤ ਬਹੁਤ ਸ਼ੁਕਰੀਆ ਮੁਬੀਨ ਸਾਹਿਬ। ਸੋ ਇਹ ਸਨ ਮੁਬੀਨ ਫਾਰੂਕੀ ਜਿਨ੍ਹਾਂ ਨੇ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਮੁਸਲਿਮ ਜਾਂ ਸਿੱਖ ਭਾਈਚਾਰੇ ਨਾਲ ਸੰਬੰਧਿਤ ਕਿਸੇ ਵੀ ਸ਼ਖਸ ਨੂੰ, ਕਿਸੇ ਵੀ ਨੌਜਵਾਨ ਨੂੰ, ਕਿਸੇ ਵੀ ਬੰਦੇ ਨੂੰ ਬਦਨਾਮ ਕੀਤਾ ਜਾਂਦਾ ਹੈ, ਚਾਹੇ ਸੋਸ਼ਲ ਮੀਡੀਆ ਹੋਵੇ ਜਾਂ ਫਿਰ ਮੇਨ ਸਟ੍ਰੀਮ ਚੈਨਲਸ ਹੋਣ, ਉਹਨਾਂ ਦੇ ਖਿਲਾਫ ਉਹ ਕਾਨੂੰਨੀ ਕਾਰਵਾਈ ਜਿਹੜੀ ਕਰਵਾਉਣਗੇ। ਔਰ ਉਹਨਾਂ ਨੂੰ ਨਾਲ ਹੀ ਉਹਨਾਂ ਕਿਹਾ ਹੈ ਕਿ ਸਰਕਾਰ ਨੂੰ ਵੀ ਪੂਰੇ ਮਾਮਲੇ ਦੇ ਉੱਤੇ ਜਿਹੜਾ ਸਖਤ ਰਵੱਈਆ ਅਪਣਾਉਣਾ ਚਾਹੀਦਾ ਹੈ। ਕਾਸਿਫ ਫਾਰੂਕੀ, ਹਕੀਕਤ ਟੀਵੀ ਪੰਜਾਬੀ, ਮਲੇਰਕੋਟਲਾ।